ਕਹਿਣ ਨੂੰ ਅਸੀਂ ਗੁਰੂ ਕੇ ਵਜ਼ੀਰ ਹਾਂ, ਪਰ ਇੱਕ ਨੌਕਰ ਤੋਂ ਵੱਧ ਕੇ ਸਾਡੀ ਕੋਈ ਔਕਾਤ ਨਹੀਂ। 4000 ਦੀ ਸੈਲਰੀ ਦੇ ਵਿੱਚ ਸਾਡੇ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ। ਸਿਰਫ ਅਸੀਂ ਆਪਣਾ ਇਹੀ ਦੇਖ ਸਕਦੇ ਹਾਂ ਵੀ ਅਸੀਂ ਰੋਟੀ ਜਿਹੜੀ 2 ਟਾਈਮ ਦੀ ਖਾ ਲਾਂਗੇ, ਬਸ ਉਹੀ ਹੈ, ਉਹਦੇ ਵਿੱਚ ਹੋਰ ਕੁਝ ਨਹੀਂ ਕਰ ਸਕਦੇ। ਇੱਕ ਦਿਨ ਪ੍ਰੋਗਰਾਮ ਆਏਗਾ, 4 ਦਿਨ ਵਿਹਲੇ ਹੋ ਗਏ। ਸਾਨੂੰ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਫੇਸ ਆਉਂਦੀਆਂ। 4000 ਸੈਲਰੀ ਤੇ ਫਿਰ ਤੁਸੀਂ ਜਮ੍ਹਾਂ ਕਿੱਥੇ ਕਰਾਓਗੇ? ਪਦਮ ਸ਼੍ਰੀ ਦੇ ਲਈ ਕਿਸੇ ਵੀ ਸਰਕਾਰ, ਕਿਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਪੰਜਾਬੀਆਂ ਨੇ ਕੋਈ ਵੀ ਹਾਂ ਦਾ ਨਾਰਾ ਨਹੀਂ ਮਾਰਿਆ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਇਸ ਜਗ੍ਹਾ ਨੂੰ ਮੈਂ ਸਜਦਾ ਕਿਉਂ ਕਰ ਰਹੀ ਹਾਂ। ਇਹ ਉਹ ਪਾਵਨ ਧਰਤ ਹੈ ਜਿਸ ਧਰਤ ਤੇ ਉਸ ਮਹਾਨ ਸ਼ਖਸ ਨੂੰ ਉਸ ਦਾ ਅੰਤਿਮ ਸੰਸਕਾਰ ਹੋਇਆ, ਜਿਸ ਨੇ ਵਰਦੀਆਂ ਗੋਲੀਆਂ ਦੇ ਵਿੱਚ 1984 ਦੇ ਵਿੱਚ 9 ਘੰਟੇ ਲਗਾਤਾਰ ਕੀਰਤਨ ਕੀਤਾ, ਰਸ ਭਿੰਨਾ ਕੀਰਤਨ ਨਿਡਰ ਹੋ ਕੇ। ਉਹ ਸ਼ਖਸ ਜਿਹਨੂੰ ਗੁਰਬਾਣੀ ਦੇ 31 ਰਾਗਾਂ ਦਾ ਗਿਆਨ ਸੀ, ਉਹ ਸ਼ਖਸ ਜਿਹਨੂੰ ਇਹ ਮਾਣ ਹਾਸਲ ਸੀ ਕਿ 5 ਤਖਤਾਂ ਦੇ ਉੱਪਰ ਉਹਨਾਂ ਨੇ ਕੀਰਤਨ ਕੀਤਾ ਹੋਇਆ, ਜਿਨ੍ਹਾਂ ਨੂੰ ਇਹ ਮਾਣ ਹਾਸਲ ਸੀ ਕਿ ਉਹਨਾਂ ਨੇ ਗੁਰਮਤਿ ਸੰਗੀਤ ਨੂੰ ਨਵੀਆਂ ਉਚਾਈਆਂ ਦਿੱਤੀਆਂ, ਜਿਨ੍ਹਾਂ ਨੂੰ ਇਹ ਮਾਣ ਹਾਸਲ ਸੀ ਕਿ ਮਹਾਨ ਸੰਗੀਤ ਪ੍ਰੇਮੀ ਪੰਡਿਤ ਜਸਰਾਜ ਵੀ ਉਹਨਾਂ ਦੇ ਹੱਥ ਚੁੰਮੇ ਬਗੈਰ ਰਹਿ ਨਹੀਂ ਸਕੇ, ਜਿਨ੍ਹਾਂ ਦਾ ਜਸ ਪੂਰੇ ਵਰਲਡ ਦੇ ਵਿੱਚ ਸੀ, ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧਾਕ ਸੀ। ਸਾਊਥ ਏਸ਼ੀਆ ਦਾ ਕੋਈ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਨਹੀਂ ਹੋਣਾ ਜਿੱਥੇ ਉਹਨਾਂ ਨੇ ਕੀਰਤਨ ਨਾ ਕੀਤਾ ਹੋਵੇ। ਇਕਲੌਤੇ ਮਹਾਨ ਇਹੋ ਜਿਹੇ ਸੰਗੀਤ ਪ੍ਰੇਮੀ, ਇਹੋ ਜਿਹੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਜਿਹੜੇ ਕਿ ਇਤਿਹਾਸ ਦੇ ਵਿੱਚ ਇਕਲੌਤੇ ਅਜਿਹੇ ਹਜ਼ੂਰੀ ਰਾਗੀ ਨੇ ਜਿਨ੍ਹਾਂ ਨੂੰ ਪਦਮ ਸ਼੍ਰੀ ਦੇ ਨਾਲ ਨਵਾਜ਼ਿਆ ਗਿਆ। ਪਦਮ ਸ਼੍ਰੀ ਆਪਣੇ ਆਪ ਦੇ ਵਿੱਚ ਇੱਕ ਰੁਤਬਾ ਹੈ, ਇੱਕ ਮਾਣ ਹੈ, ਔਰ ਇਹ ਮਾਣ ਹਾਸਲ ਹੋਇਆ ਪੰਜਾਬ ਦੇ ਵਿੱਚ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ। 2 ਅਪ੍ਰੈਲ 2020 ਦਾ ਉਹ ਮਨਹੂਸ ਦਿਨ, ਜਿਸ ਦਿਨ ਕਰੋਨਾ ਕਰਕੇ ਉਹ ਇਸ ਸੰਸਾਰ ਨੂੰ ਵਿਦਾ ਕਹਿ ਗਏ, ਅਕਾਲ ਚਲਾਣਾ ਕਰਕੇ। ਨੇੜੇ ਹੀ ਉਹਨਾਂ ਦਾ ਪਿੰਡ ਹੈ ਵੇਰਕਾ, ਜਿੱਥੋਂ ਦੇ ਲੋਕਾਂ ਨੇ ਉਹਨਾਂ ਦੇ ਲਈ ਸਿਵਿਆਂ ਦੇ ਦਰਵਾਜ਼ੇ ਤੱਕ ਬੰਦ ਕਰ ਦਿੱਤੇ। ਉਹਨਾਂ ਨੂੰ 2 ਗਜ ਜ਼ਮੀਨ ਵੀ ਹਾਸਲ ਨਹੀਂ ਹੋਈ। ਇਹ ਉਹ ਭੰਗ ਉੱਗੀ ਪਈ ਆਲੇ ਦੁਆਲੇ 'ਚ ਮੇਰੇ ਦੇਖ ਸਕਦੇ ਹੋ। ਇਹ ਉਹ ਜਗ੍ਹਾ ਹੈ ਜਿਹਦੇ 'ਤੇ ਆਖਰਕਾਰ ਸਹਿਮਤੀ ਬਣੀ ਵੀ ਇੱਥੇ ਲਿਆ ਕੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਮੰਨਿਆ ਬਿਮਾਰੀ ਸੀ, ਮੰਨਿਆ ਕਿ ਉਸ ਵੇਲੇ ਮਾੜਾ ਵੇਲਾ ਚੱਲ ਰਿਹਾ ਸੀ, ਪਰ ਕੀ ਪਦਮ ਸ਼੍ਰੀ ਦੇ ਲਈ ਕਿਸੇ ਵੀ ਸਰਕਾਰ, ਕਿਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਪੰਜਾਬੀਆਂ ਨੇ ਕੋਈ ਵੀ ਹਾਂ ਦਾ ਨਾਰਾ ਨਹੀਂ ਮਾਰਿਆ, ਕੋਈ ਨਹੀਂ ਬੋਲਿਆ ਕਿ ਸਾਨੂੰ ਉਸ ਵੇਲੇ ਲੋੜ ਨਹੀਂ ਸੀ, ਕਿ ਇਹ ਜ਼ਰੂਰਤ ਨਹੀਂ ਸੀ ਸਮੇਂ ਦੀ। ਇੱਕ ਗਾਇਕ ਕਿਸੇ ਬਾਬੇ ਦੇ ਕੋਲ ਜਾਂਦਾ ਹੈ, ਆਪਣਾ ਦੁੱਖੜਾ ਰੋਂਦਾ ਹੈ, ਤਾਂ ਪੂਰਾ ਪੰਜਾਬ ਉਹਦੇ ਨਾਲ ਆ ਕੇ ਖੜਦਾ ਹੈ ਕਿ ਸਾਡੇ ਭਾਈ ਸਾਹਿਬ ਭਾਈ ਦੇ ਲਈ ਕੋਈ ਅਜਿਹੀ ਕੋਈ ਯਾਦਗਾਰ ਵੀ ਨਹੀਂ ਸੀ ਬਣ ਸਕਦੀ। ਇੱਕ ਲੱਕੜ ਜੀ ਗੱਡ ਕੇ ਉੱਥੇ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਪੂਰਾ ਅੱਧਾ ਘੰਟਾ ਪੌਣਾ ਘੰਟਾ ਲੱਗਦਾ ਹੈ। ਜੇ ਕਿਸੇ ਨੇ ਲੱਭਣਾ ਹੋਵੇ ਉਹਨਾਂ ਨੂੰ ਛੇਤੀ ਕੀਤਿਆਂ ਕੋਈ ਦੱਸ ਨਹੀਂ ਸਕਦਾ ਵੀ ਇਹ ਉਹ ਜਗ੍ਹਾ ਹੈ ਜਿੱਥੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਕੋਈ ਯਾਦਗਾਰ ਵੀ ਨਹੀਂ ਹੈ ਕਿ ਇਹ ਹੈ ਸਾਡਾ ਪੰਜਾਬ। ਸਵਾਲ ਹੈ ਇੱਕ ਸੰਗੀਤ ਪ੍ਰੇਮੀਆਂ ਨੂੰ, ਸਵਾਲ ਹੈ ਇੱਕ ਪੰਜਾਬੀਆਂ ਨੂੰ, ਸਵਾਲ ਹੈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਕੀ ਇਹ ਹਾਲ ਹੈ ਸਾਡੇ ਗੁਰੂ ਦੇ ਵਜ਼ੀਰਾਂ ਦਾ। ਸੋਚਿਓ, ਵਿਚਾਰ ਕਰਿਓ ਤੇ ਜਵਾਬ ਜ਼ਰੂਰ ਦਿਓ। ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਹਜ਼ੂਰੀ ਰਾਗੀ ਨੇ ਵੀ, ਔਰ ਪ੍ਰਾਈਵੇਟ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ ਹਜ਼ੂਰੀ ਰਾਗੀ ਕਮਲਜੀਤ ਸਿੰਘ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਸਪਾਈਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮਲਜੀਤ ਜੀ, ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਇਸ ਲਾਈਨ ਦੇ ਵਿੱਚ? ਮੈਨੂੰ ਜੀ ਲਗਭਗ 27 ਸਾਲ ਹੋ ਗਏ ਨੇ ਜੀ ਇਸ ਕੰਮ ਵਿੱਚ। ਸੋ ਕਦੀ ਲੱਗਾ ਕਿ ਸਾਨੂੰ ਇਹ ਲਾਈਨ ਦੇ ਵਿੱਚੋਂ ਕੁਝ ਨਹੀਂ ਮਿਲਿਆ? ਕਿਉਂਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਵੱਡੇ ਵੱਡੇ ਗਵੱਈਏ ਨੇ ਉਹ ਵੱਡੀਆਂ ਵੱਡੀਆਂ ਲਗਜ਼ਰੀ ਗੱਡੀਆਂ 'ਚੋਂ ਥੱਲੇ ਉਤਰਦੇ ਨੇ, ਪਰ ਦੁਖਾਂਤ ਇਹ ਹੈ ਕਿ ਜਿਹੜੇ ਸਾਡੇ ਗੁਰਮਤਿ ਸੇਵਾ ਦੇ ਵਿੱਚ ਲੱਗੇ ਹੋਏ ਨੇ, ਗੁਰੂ ਦੀ ਸੇਵਾ ਦੇ ਵਿੱਚ ਲੱਗੇ ਨੇ, ਜਿਨ੍ਹਾਂ ਨੂੰ ਗੁਰੂ ਦਾ ਵਜ਼ੀਰ ਕਿਹਾ ਜਾਂਦਾ ਹੈ, ਉਹਨਾਂ ਨੂੰ ਮੋਟਰਸਾਈਕਲਾਂ 'ਤੇ, ਉਹਨਾਂ ਨੂੰ ਬਾਈਕ ਦੇ ਉੱਪਰ, ਉਹਨਾਂ ਨੂੰ ਸਕੂਟਰਾਂ ਦੇ ਉੱਪਰ 3-3 ਜਾਣੇ ਇਕੱਠੇ ਜਾਂਦੇ ਆ। ਕਦੀ ਦਿਲ ਦੇ ਵਿੱਚ ਇਹ ਆਇਆ, ਤੌਖਲਾ ਜਿਹਾ ਆਇਆ ਵੀ ਕਾਹਤੋਂ ਅਸੀਂ ਇਸ ਲਾਈਨ ਦੇ ਵਿੱਚ? ਬਿਲਕੁਲ ਜੀ, ਬੜੀ ਵਾਰੀ ਦਿਮਾਗ ਵਿੱਚ ਆਇਆ ਵੀ ਇਸ ਕੰਮ ਨੂੰ ਛੱਡ ਕੇ ਕੁਝ ਹੋਰ ਕਰ ਲਿਆ ਜਾਵੇ,
ਕਹਿਣ ਨੂੰ ਅਸੀਂ ਗੁਰੂ ਕੇ ਵਜ਼ੀਰ ਹਾਂ, ਪਰ ਇੱਕ ਨੌਕਰ ਤੋਂ ਵੱਧ ਕੇ ਸਾਡੀ ਕੋਈ ਔਕਾਤ ਨਹੀਂ ਗਿਣੀ ਜਾਂਦੀ। ਔਰ ਕਈ ਵਾਰੀ ਮਨ ਵਿੱਚ ਆਇਆ ਵੀ ਬਣਾ ਕੋਈ ਹੋਰ ਕੰਮ ਕਰ ਲਈਏ, ਕੋਈ ਆਟੋ ਚਲਾ ਲਈਏ, ਕਿਧਰੇ ਦਿਹਾੜੀ ਕਰ ਲਈਏ। ਸਾਡੇ ਨਾਲ ਤੇ ਮਜ਼ਦੂਰ ਇਸ ਵੇਲੇ ਚੰਗਾ ਘੱਟ ਤੋਂ ਘੱਟ 500 ਰੁਪਏ ਦਿਹਾੜੀ ਤੇ ਲੈਂਦਾ ਨਾ, ਅਸੀਂ 4000 ਰੁਪਏ ਮਹੀਨੇ ਤੇ ਨੌਕਰੀ ਕਰ ਰਹੇ ਹਾਂ। ਮੀਂਹ ਜਾਏ, ਹਨੇਰੀ ਜਾਏ, ਪ੍ਰਬੰਧਕਾਂ ਦੀਆਂ ਵੀ ਝਿੜਕਾਂ ਸੁਣੋ, ਘਰ ਦੇ ਵੀ ਝਿੜਕਾਂ ਮਾਰਨ ਵੀ ਤੁਸੀਂ ਪੈਸੇ ਨਹੀਂ ਪੂਰੇ ਲੈ ਕੇ ਆਉਂਦੇ, ਪਰ ਹੁਣ ਅਸੀਂ ਕਰੀਏ ਕਿ ਸਾਡੇ ਕੋਈ ਵੱਸ ਦੀ ਗੱਲ ਨਹੀਂ ਹੈਗੀ। ਔਰ ਕਈ ਵਾਰੀ ਮਨ ਵਿੱਚ ਆਇਆ ਵੀ ਇਸ ਕੰਮ ਨੂੰ ਛੱਡ ਕੇ ਕੁਝ ਹੋਰ ਕੰਮ ਨੂੰ ਕਰ ਲਿਆ ਜਾਵੇ। ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੀ ਇਸ ਲਾਈਨ ਦੇ ਵਿੱਚ ਆਉਣ? ਬਿਲਕੁਲ ਨਹੀਂ ਜੀ, ਹਾਂ ਸ਼ੌਂਕੀਆ ਤੌਰ ਤੇ ਸਿੱਖਣ ਉਹ ਕੋਈ ਸਾਨੂੰ ਨਹੀਂ, ਪਰ ਇਸ ਲਾਈਨ ਵਿੱਚ ਨਹੀਂ ਚਾਹੁੰਦੇ ਸੀ ਵੀ ਸਾਡੇ ਬੱਚੇ ਇਸ ਲਾਈਨ ਵਿੱਚ ਆਉਣ। ਜਦੋਂ ਕੋਈ ਗਵਈਆ ਹੈ ਉਹ ਗਾਉਂਦਾ ਆ, ਉਹਨੂੰ ਰਿਆਜ਼ ਕਰਨਾ ਪੈਂਦਾ ਹੈ, ਡਾਕਟਰ ਹੈ ਉਹਨੂੰ ਵੀ ਪ੍ਰੈਕਟਿਸ ਕਰਨੀ ਪੈਂਦੀ ਹੈ, ਤੁਹਾਡੀ ਵੀ ਹੈ, ਕਿਸੇ ਵੇਲੇ ਉਹਨਾਂ ਨੂੰ ਛੁੱਟੀ ਵੀ ਹੋ ਜਾਂਦੀ ਹੈ, ਤੁਹਾਨੂੰ ਤੇ ਉਹ ਛੁੱਟੀ ਵੀ ਨਹੀਂ ਹੈ? ਨਹੀਂ ਜੀ, ਕੋਈ ਛੁੱਟੀ ਨਹੀਂ ਜੀ, 7 ਦਿਨ 24 ਘੰਟੇ ਅਸੀਂ ਹਾਜ਼ਰ ਹੀ ਹਾਂ। ਔਰ ਮੈਂ ਸਮਝਦਾ ਵੀ ਕਈ ਵਾਰੀ ਜਿਵੇਂ ਆਪ ਜੀ ਨੇ ਕਿਹਾ ਹੈ ਵੀ ਡਾਕਟਰ ਹੈ, ਵਕੀਲ ਹੈ, ਇੱਕ ਵਾਰੀ ਪੜ੍ਹਾਈ ਕਰ ਲੈਂਦੇ ਨੇ, ਬਾਅਦ ਵਿੱਚ ਉਹ ਆਪਣੀ ਫੀਸ ਟੌਰ ਨਾਲ ਆਪਣਾ ਕੰਮ ਕਰਦੇ ਨੇ, ਤੇ ਸਾਡੀ ਹਰ ਵੇਲੇ ਹੀ ਪੜ੍ਹਾਈ ਹੈ ਤੇ ਔਕਾਤ ਸਿਰਫ 4000 ਤੇ ਇਸ ਵੇਲੇ ਪ੍ਰਾਈਵੇਟ ਕੋਈ ਸੰਸਥਾ ਵੀ ਬਾਂਹ ਫੜਨ ਨੂੰ ਤਿਆਰ ਨਹੀਂ। ਪਿੱਛੇ ਜੇ ਭਾਈ ਗੁਰਦੇਵ ਸਿੰਘ ਹੋਰਾਂ ਨੇ ਹਜ਼ੂਰੀ ਰਾਗੀ ਹਜ਼ੂਰੀ ਕੀਰਤਨੀਆਂ ਦਰਬਾਰ ਸਾਹਿਬ ਦੇ, ਉਹਨਾਂ ਨੇ ਇੱਕ ਗਰੁੱਪ ਬਣਾਇਆ ਵੀ ਸੀ, ਪਰ ਉਹਨਾਂ ਵਿਚਾਰਿਆਂ ਨਾਲ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਚੰਗਾ ਵਤੀਰਾ ਨਹੀਂ ਕੀਤਾ, ਉਲਟਾ ਉਹਨਾਂ ਦੀ ਬਦਲੀ ਕਰ ਦਿੱਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਹੈ ਉਹ ਪੰਜਾਬ ਸਰਕਾਰ ਨੂੰ ਵੀ ਕਿਤੇ ਗੁਣਾ ਜ਼ਿਆਦਾ ਆ, ਤੇ ਤੁਹਾਡੇ ਸਾਰਿਆਂ ਦੇ ਲਈ ਜਿੰਨੇ ਵੀ ਹਜ਼ੂਰੀ ਰਾਗੀ ਨੇ ਉਹਨਾਂ ਦੇ ਲਈ ਕੋਈ ਕਿਉਂ ਨਹੀਂ ਕੋਈ ਬਾਂਹ ਫੜਦਾ? ਇਹੋ ਹੀ ਸਾਡੀ ਤਰਾਸਦੀ ਹੈ ਜੀ। ਸਾਡੀ ਮੇਨ ਤਰਾਸਦੀ ਦਾ ਕਾਰਨ ਇਹ ਹੈ ਕਿ ਸਿੱਖ ਕਹਿੰਦੇ ਨੇ ਵੀ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੀ ਨਾ ਹਾਰੇ। ਸਾਡੇ ਨਾਲ ਹੋ ਹੀ ਇਸ ਤਰ੍ਹਾਂ ਰਿਹਾ, ਕੋਈ ਬਾਂਹ ਫੜਨ ਨੂੰ ਤਿਆਰ ਹੀ ਨਹੀਂ। ਕੋਈ ਗਾਇਕ ਨੇ ਜੋ ਜਿਸ ਤਰ੍ਹਾਂ ਵੀ ਕੋਈ ਸੁਣਨ 'ਚ ਆਇਆ ਸੀ ਪਿੱਛੇ ਜੇ ਇੱਕ ਗਾਇਕ ਦਾ ਵੀ ਉਹ ਕਰਜ਼ਾਈ ਹੋ ਗਿਆ, ਤੇ ਪਰ ਉਹਦੇ ਕੰਮ ਕਰਨ ਵਾਲਿਆਂ ਨੇ ਉਹਦੀ ਬਾਂਹ ਫੜ ਲਈ, ਪੰਜਾਬ ਖੜਾ ਹੋ ਗਿਆ ਨਾਲ। ਤੇ ਸਾਡੇ ਵਾਰੀ ਕੀ ਹੈ, ਅਸੀਂ ਗੁਰੂ ਕੇ ਵਜ਼ੀਰ ਨਹੀਂ, ਅਸੀਂ ਗਾਉਂਦੇ ਨਹੀਂ, ਸਾਡੀ ਮਿਹਨਤ ਨਹੀਂ, ਪਰ ਸਾਨੂੰ ਕੋਈ ਪੁੱਛਦਾ ਹੀ ਨਹੀਂ। ਮੀਂਹ ਜਾਏ, ਹਨੇਰੀ ਜਾਏ, ਸਾਨੂੰ ਆਪਣੇ ਕੰਮ ਤੇ ਜਾਣਾ ਹੀ ਪੈਂਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਹੋਰ ਵੀ ਹਜ਼ੂਰੀ ਰਾਗੀ ਬਣੇ ਹੋਏ ਨੇ ਜੀ, ਸੋ ਇਹਨਾਂ ਦੇ ਨਾਲ ਵੀ ਗੱਲ ਕਰਦੇ ਆ। ਚਾਹੁੰਦੇ ਹੋ ਕਿ ਤੁਹਾਡੇ ਬੱਚੇ ਇਸ ਲਾਈਨ ਦੇ ਵਿੱਚ ਆਉਣ? ਨਹੀਂ ਜੀ, ਹੁਣ ਅੱਗੇ ਅਸੀਂ ਤੇ ਆ ਰਹੇ ਹਾਂ ਇਸ ਲਾਈਨ ਦੇ ਵਿੱਚ, ਪਰ ਅਸੀਂ ਨਹੀਂ ਚਾਹੁੰਦੇ ਵੀ ਅੱਗੇ ਆਪਣਾ ਜਿਹੜੇ ਵੀ ਸਾਡੇ ਵੀਰ ਭਰਾ ਵੀ ਨਾਲ ਜੁੜਨ ਸਾਡੇ ਨਾਲ ਇੱਥੇ। ਪਰ ਜਿੱਦਾਂ ਅਸੀਂ ਆਪਣਾ ਮਿਹਨਤ ਕਰ ਰਹੇ ਹਾਂ, ਅਸੀਂ ਤੇ ਹੁਣ ਬਿਲਕੁਲ ਲਾਈਨ ਦੇ ਵਿੱਚ ਵੜ ਚੁੱਕੇ ਹਾਂ। ਹੁਣ ਅਸੀਂ ਕੋਈ ਹੋਰ ਕੰਮ ਦੇ ਵਿੱਚ ਜਾਂਦੇ ਹਾਂ, ਸਾਨੂੰ ਫਿਰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਏਗਾ। ਤੇ ਜਿੱਦਾਂ ਹੁਣ ਆਪਾਂ ਇਸ ਲਾਈਨ ਦੇ ਵਿੱਚ ਹਾਂ, ਇਸ ਲਾਈਨ ਦੇ ਵਿੱਚ ਸਾਨੂੰ ਹੁਣ ਇਹਦੇ ਵਿੱਚ ਹੀ ਮਿਹਨਤ ਕਰਨੀ ਪਏਗੀ। ਅਗਰ ਕੋਈ ਬਾਂਹ ਫੜਦਾ ਸਾਡੀ, ਮੰਨ ਲਓ ਕੋਈ ਵੀਰ ਭਰਾ ਸਾਡੀ ਹੈਲਪ ਕਰਦੇ ਨੇ ਗਾਂਹ ਅੱਗੇ ਜਾਣ ਦੇ ਵਿੱਚ, ਤੇ ਅਸੀਂ ਜ਼ਰੂਰ ਚਾਹੁੰਦੇ ਵੀ ਅਸੀਂ ਵੀ ਗਾਂਹ ਵਧੀਏ, ਪਰ ਸਾਡੀ ਕੋਈ ਬਾਂਹ ਨਹੀਂ ਫੜਦਾ ਇਸ ਲਾਈਨ ਦੇ ਵਿੱਚ। ਕੀ ਰੋਜ਼ਮਰਰਾ ਦੀਆਂ ਤਕਲੀਫਾਂ ਨੇ ਜਿਨ੍ਹਾਂ ਤੋਂ ਤੁਹਾਨੂੰ 2-4 ਹੋਣਾ ਪੈਂਦਾ ਹੈ? ਜੀ ਰੋਜ਼ ਸਾਨੂੰ ਇਹੀ ਆ ਕਿ ਸਾਡੀ ਰੋਜ਼ ਦੀਆਂ ਪ੍ਰੋਬਲਮਾਂ ਘਰ ਦੀਆਂ ਹੀ ਆਪਣੀਆਂ ਪ੍ਰੋਬਲਮਾਂ ਹੁੰਦੀਆਂ ਨੇ। ਵੀ ਜਿੱਦਾਂ ਅਸੀਂ ਕੋਈ ਜਿਹਦੇ 4000 ਦੀ ਸੈਲਰੀ ਆ, ਉਹ ਅਸੀਂ ਆਪਣਾ ਬਾਈਕ ਦੇ ਵਿੱਚ ਤੇਲ ਹੀ ਪਾਵਾਂਗੇ ਜਾਂ ਹੋਰ ਕੋਈ ਕੰਮ ਨਹੀਂ ਕਰ ਸਕਦੇ। ਹੋਰ ਕੋਈ ਕੰਮ ਕਿੱਦਾਂ ਕਰ ਲਾਂਗੇ ਆਪਾਂ? ਮਤਲਬ 4000 ਦੀ ਸੈਲਰੀ ਦੇ ਵਿੱਚ ਸਾਡੇ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ, ਸਿਰਫ ਅਸੀਂ ਆਪਣਾ ਇਹੀ ਦੇਖ ਸਕਦੇ ਹਾਂ ਵੀ ਅਸੀਂ ਰੋਟੀ ਜਿਹੜੀ 2 ਟਾਈਮ ਦੀ ਖਾ ਲਾਂਗੇ, ਬਸ ਉਹੀ ਹੈ, ਉਹਦੇ ਵਿੱਚ ਹੋਰ ਕੁਝ ਨਹੀਂ ਕਰ ਸਕਦੇ। ਇਹੋ ਜਿਹੀ ਮਹਿੰਗਾਈ ਦੇ ਦੌਰ ਦੇ ਵਿੱਚ 4000 ਸੋਚਣਾ ਵੀ ਬੜਾ ਔਖਾ ਹੈ। ਆਮ ਦਿਹਾੜੀਦਾਰ ਵੀ ਜ਼ਿਆਦਾ ਕਮਾ ਲੈਂਦੇ। ਜੀ ਜੀ। ਸੋ ਕੀ ਤੌਖਲਾ ਹੈ, ਕੀ ਗੁੱਸਾ ਹੈ, ਕੀ ਗਿਲਾ ਹੈ? ਗੁੱਸਾ ਗਿਲਾ ਇਹੀ ਹੈ ਜੀ, ਸਾਡੀ ਤਨਖਾਹ ਜਿਹੜੀ ਹੈ 4000 ਆ, ਉਹਦੇ ਵਿੱਚ ਸਾਡਾ ਤਾਂ ਗੁਜ਼ਾਰਾ ਹੈ ਨਹੀਂ ਆ। ਅਸੀਂ ਚਾਹੁੰਦੇ ਹਾਂ ਕਿ ਕੋਈ ਸੰਸਥਾ ਜਾਂ ਕੋਈ ਇਹੋ ਜਿਹੀ ਬਾਂਹ ਫੜੇ ਜਿਹੜਾ ਸਾਨੂੰ ਇੱਥੋਂ ਕੋਈ ਮਤਲਬ ਹੈਲਪ ਕਰ ਸਕੇ ਸਾਡੀ। ਜੀ, ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਵੇਂ ਤੁਹਾਨੂੰ, ਜਿਵੇਂ ਆਪਾਂ ਦੇਖ ਰਹੇ ਹਾਂ ਇਸ ਵੇਲੇ ਜਿਸ ਜਗ੍ਹਾ ਤੇ ਅਸੀਂ ਖੜੇ ਹੋਏ ਹਾਂ, ਉਹ ਜਗ੍ਹਾ ਇਸ ਵੇਲੇ ਖੰਡਰ ਹੈ, ਉਹ ਜਗ੍ਹਾ ਵੀਰਾਨ ਹੈ, ਉਸ ਜਗ੍ਹਾ ਦੇ ਉੱਪਰ ਭੰਗ ਹੈ, ਲੇਕਿਨ ਉਸ ਜਗ੍ਹਾ ਦੇ ਥੱਲੇ ਇੱਕ ਮਹਾਨ ਸ਼ਖਸੀਅਤ ਜਿਨ੍ਹਾਂ ਦਾ ਇੱਥੇ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਜਦੋਂ ਇੱਥੇ ਆਉਂਦੇ ਹੋ, ਇੱਥੇ ਕੋਈ ਯਾਦਗਾਰ ਨਹੀਂ, ਦਿਲ ਦੇ ਵਿੱਚ ਕੀ ਯਕੀਨ ਆਉਂਦਾ ਹੈ, ਕੀ ਲੱਗਦਾ ਹੈ, ਕੀ ਦੁੱਖ ਆਉਂਦਾ ਆ, ਕਿਵੇਂ ਫੀਲ ਹੁੰਦਾ ਹੈ ਕਿ ਆਖਰ ਇਹੀ ਸਾਡਾ ਅੰਤ ਹੈ? ਮੈਡਮ ਜੀ, ਦੁੱਖ ਤੇ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਏਡੇ ਤਗੜੇ ਪਦਮ ਸ਼੍ਰੀ ਮੇਰੇ ਹਿਸਾਬ ਨਾਲ ਇਤਿਹਾਸ 'ਚ ਕਿਸੇ ਰਾਗੀ ਨੂੰ ਨਹੀਂ ਮਿਲਿਆ ਹੋਣਾ ਪਦਮ ਸ਼੍ਰੀ ਦਾ ਅਵਾਰਡ। ਲੇਕਿਨ ਪਦਮ ਸ਼੍ਰੀ ਹੋਣ ਦੇ ਬਾਵਜੂਦ ਉਹਨਾਂ ਦਾ ਵੇਖੋ ਅੱਜ ਕੀ ਹਾਲ ਬਣਿਆ, ਵੀਰਾਨਾ ਇੱਥੇ ਕੋਈ ਨਹੀਂ। ਇਹੋ ਕਿਸੇ ਲੀਡਰ ਦੇ, ਚਲੋ ਕਿਸੇ ਨਾਲ ਹੀ ਕਰਨਾ ਨਹੀਂ ਚਾਹੁੰਦੇ, ਹਰ ਕਿਸੇ ਦਾ ਸਤਿਕਾਰਯੋਗ ਆ, ਪਰ ਜਦੋਂ ਕੋਈ ਲੀਡਰ ਜਾਂ ਕੋਈ ਹੋਰ ਗਵਈਆ ਜਾਂ ਕੁਛ ਵੀ ਹੁੰਦਾ, ਉਹਦੀਆਂ ਬੜੀਆਂ ਤਗੜੀਆਂ ਸਮਾਧਾਂ ਹਰ ਸਾਲ 2.5-3 ਸਾਲ ਹੋ ਗਏ ਨਾ ਇਹਨਾਂ ਦੇ ਨਾਂ ਦਾ ਕੋਈ ਸਾਲਾਨਾ ਕੋਈ ਕੀਰਤਨ ਦਰਬਾਰ, ਕੋਈ ਐਜੂਕੇਸ਼ਨ, ਕੁਛ ਨਹੀਂ ਹੋਇਆ ਇਹਨਾਂ ਦੇ ਨਾਂ ਦਾ।
ਦੂਸਰੀ ਗੱਲ ਪ੍ਰੋਬਲਮ ਸਾਨੂੰ ਕਿੱਥੋਂ ਫੇਸ ਆ ਰਹੀ ਹੈ, ਕਿਉਂਕਿ ਸਾਡੀਆਂ ਰੋਜ਼ਮਰਰਾ ਦੀਆਂ ਪ੍ਰੋਬਲਮ ਤੇ ਪੂਰੀਆਂ ਹੁੰਦੀਆਂ ਹੀ ਨਹੀਂ। 5-5 6-6 ਮਹੀਨੇ ਦੀ ਅਸੀਂ ਬੱਚਿਆਂ ਦੀ ਫੀਸ ਇਕੱਠੀ ਕਰ ਲੈਂਦੇ ਹਾਂ, ਸਕੂਲਾਂ 'ਚ ਜਾ ਕੇ ਤਰਲੇ ਮਾਰਦੇ ਹਾਂ। ਅੱਜ ਤੱਕ ਸਾਡੇ ਬੱਚਿਆਂ ਦਾ ਇਹ ਸਕੂਲ ਨਹੀਂ ਬਣਿਆ ਵੀ ਜਿੱਥੇ ਸਾਡੇ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਫਰੀ। ਅਸੀਂ ਜੇ 4000 ਦੇ ਵਿੱਚੋਂ ਬੱਚਿਆਂ ਨੂੰ ਵੀ ਪਾਲਣਾ ਅਸੀਂ ਆਪਣੇ। 2 ਬੱਚੇ ਮੇਰੇ, ਇੱਕ ਦੀ ਫੀਸ ਮੈਂ ਇੱਕ ਵਾਰੀ ਦਿੰਦਾ, ਦੂਸਰੇ ਦੀ ਫੀਸ ਦੂਸਰੀ ਵਾਰੀ ਦਿੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਵੀ ਸਕੂਲ ਨੇ, ਤੁਹਾਡਾ ਦਿਲ ਨਹੀਂ ਕਰਦਾ ਕਿ ਤੁਹਾਡੇ ਬੱਚੇ ਉੱਥੇ ਪੜ੍ਹਨ? ਤੁਸੀਂ ਕਦੇ ਉਹ ਮੁੱਦਾ ਨਹੀਂ ਚੱਕਿਆ? ਮੈਡਮ ਫਿਰ ਆ ਗੱਲ ਆ ਜਾਂਦੀ ਐਜੂਕੇਸ਼ਨ ਦੀ। ਉਹਨਾਂ ਨੇ ਸਿਫਾਰਸ਼ੀ ਸਾਰੇ ਭਰਤੇ ਕੀਤੇ, ਉਹਨਾਂ ਦਾ ਜਾ ਕੇ ਤੁਸੀਂ ਬਜਟ ਵੇਖੋ, ਸਾਲਾਨਾ ਵੇਖੋ, ਫੀਸਾਂ ਵੇਖੋ, ਲਈ ਜਾ ਰਹੇ, ਪਰ ਐਜੂਕੇਸ਼ਨ ਜ਼ੀਰੋ ਹੈ, ਬਿਲਕੁਲ ਡਾਊਨਫਾਲ 'ਤੇ ਹੈ। ਦੂਸਰੀ ਗੱਲ ਵੀ ਸਾਨੂੰ ਪ੍ਰੋਬਲਮ ਤਾਂ ਫੇਸ ਆਉਣੀ ਆਉਣੀ, ਕਿਉਂਕਿ ਸਾਡੀ ਕਿਸੇ ਨੇ ਬਾਂਹ ਨਹੀਂ ਫੜਨੀ। ਅਸੀਂ ਆਪਣੇ ਸਟੈਂਡਰਡ 'ਤੇ, ਆਪਣੇ ਮਿਹਨਤ 'ਤੇ ਚੱਲ ਰਹੇ ਹਾਂ। ਮੈਨੂੰ 22 ਸਾਲ ਹੋ ਗਏ ਕੀਰਤਨ ਕਰਦੇ ਨੂੰ। 22 ਸਾਲ ਦੇ ਵਿੱਚ ਮੈਂ 700 ਰੁਪਏ ਤੋਂ ਸ਼ੁਰੂ ਹੋਇਆ ਤੇ 1500 ਰੁਪਏ ਦੇ ਆ ਕੇ ਮੁੱਕਿਆ ਹੈ। 22 ਸਾਲ 'ਚ 1500 ਰੁਪਏ ਭੇਟਾ ਹੋਈ, ਉਹ ਵੀ ਸਾਨੂੰ ਪ੍ਰੋਪਰਲੀ ਮਿਲਦੀ। ਇੱਕ ਦਿਨ ਪ੍ਰੋਗਰਾਮ ਆਏਗਾ, 4 ਦਿਨ ਵਿਹਲੇ ਹੋ ਗਏ। ਸਾਨੂੰ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਫੇਸ ਆਉਂਦੀਆਂ, ਲੇਕਿਨ ਕੋਈ ਸੰਸਥਾ ਚਲੋ ਉੱਠਦੀਆਂ ਵੀ ਨੇ, ਕਰਦੀਆਂ ਵੀ ਨੇ, 2-4-5 ਮਹੀਨੇ ਕਰਦੀਆਂ, ਉਹ ਵੀ ਆਪਣੀ ਵਾਹ ਲੈ ਕੇ ਮੁੜ ਕੇ ਪਤਾ ਨਹੀਂ ਲੱਗਦਾ ਕਿੱਥੇ ਚਲ ਗਈਆਂ ਕੋਈ ਨਾ। ਦੂਸਰੀ ਗੱਲ, ਮੇਰੇ ਪਿਤਾ ਜੀ SGPC 'ਚੋਂ ਰਿਟਾਇਰਮੈਂਟ ਹੋਏ ਸੀ ਤੇ ਮੈਨੂੰ ਫਿਰ ਵੀ ਬਣਦੀ ਜੌਬ ਨਹੀਂ ਮਿਲੀ। ਲੇਕਿਨ ਇੱਕ ਜਦੋਂ EMPLOYEES ਕੋਈ ਵੀ ਮੰਨ ਲਓ ਡੈਥ ਹੁੰਦੀ ਹੈ, ਉਹਦੀ ਜਗ੍ਹਾ ਉਹਦੇ ਬੇਟੇ ਨੂੰ, ਪੁੱਤਰ ਨੂੰ, ਧੀ ਨੂੰ ਜੌਬ ਮਿਲਦੀ ਹੈ, ਸਾਨੂੰ ਤੇ ਉਹ ਵੀ ਨਹੀਂ ਮਿਲਦੀ। ਅਸੀਂ 2-3 ਵਾਰੀ ਅਪਲਾਈ ਕੀਤਾ, ਨਿਕਲ ਨਹੀਂ, ਸਾਨੂੰ ਉਹਨਾਂ ਦੀ ਜਗ੍ਹਾ ਵੀ ਨਹੀਂ ਜੌਬ ਮਿਲੀ। ਗੁਰਦੁਆਰਾ ਕਮੇਟੀਆਂ ਜਿਹੜੀਆਂ ਨੇ ਜਾਂ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਹਰ ਸਾਲ ਲੰਗਰ ਲਾਉਂਦੀਆਂ ਨੇ ਤੇ ਕਰੋੜਾਂ ਰੁਪਇਆ ਖਰਚ ਕਰ ਦਿੱਤਾ ਜਾਂਦਾ ਹੈ, ਪਰ ਤੁਹਾਡੇ ਨਾਲ ਇਹ ਕਿਉਂ? ਮੈਡਮ ਜੀ ਚਲੋ ਲੰਗਰ ਵੇਖੋ ਲਾਉਂਦੀਆਂ ਨੇ, ਪਰ ਲੰਗਰ ਇਸ ਟਾਈਮ ਉਸ ਲੰਗਰ ਦੀ ਜ਼ਰੂਰਤ ਨਹੀਂ ਸੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਭੁੱਖੇ ਸਾਧੂਆਂ ਨੇ ਛਕਾਈ ਸੀ। ਅੱਜ ਕੱਲ੍ਹ ਲੰਗਰ ਦੇ ਵਿੱਚ ਆਪਾਂ ਟੇਸਟ ਵੇਖਦੇ ਹਾਂ, ਕੀ ਬਣਾਉਣਾ ਜੀ, ਕੀ ਬਣਨਾ। ਸ਼ਰਧਾ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਕਰੋੜਾਂ ਅਰਬਾਂ ਦਾ ਲੰਗਰ ਲਾ ਦਿੰਦੇ, ਲੇਕਿਨ ਕੋਈ ਫਾਇਦਾ ਨਹੀਂ ਉਹਦਾ। ਹਰ ਕਿਸੇ ਨੂੰ BP, ਸ਼ੂਗਰ, ਇੰਨੀਆਂ ਬਿਮਾਰੀਆਂ ਗਈਆਂ, ਲੇਕਿਨ ਲੰਗਰ ਅਸੀਂ ਜਲੇਬੀਆਂ ਦਾ ਹੀ ਖਾਣਾ। ਗੁਰੂ ਨਾਨਕ ਪਾਤਸ਼ਾਹ ਨੇ ਇਹ ਨਹੀਂ ਕਿਹਾ। ਦੂਸਰੀ ਗੱਲ ਵੀ ਇੱਕ ਕਮਿਊਨਿਟੀ ਹੈਗੀ ਪਾਰਸੀ, ਉਹਨਾਂ 'ਚ ਮੈਡਮ ਕੋਈ ਵੀ ਤੁਹਾਨੂੰ ਮਾੜਾ ਨਹੀਂ ਦਿਸੇਗਾ, ਕਿਉਂਕਿ ਵੇਖੋ ਕੀ ਕਰਦੇ ਆ। ਕੋਈ ਉਹਨਾਂ ਦਾ ਪਾਰਸੀ ਵੀਰ ਕੋਈ ਗਰੀਬ ਆ ਨਾ, ਉਹਨਾਂ ਨੇ ਕੀ ਕਰਨਾ, 2 ਕਰੋੜ ਮੇਰੇ ਹਿਸਾਬ ਨਾਲ ਸਮਥਿੰਗ ਇੱਥੇ ਲਾਗੇ ਜਾ ਕੇ ਉਹਨਾਂ ਦੀ ਨਫਰੀ ਹੈ ਪੂਰੇ ਇੰਡੀਆ 'ਚ। ਉਹਨਾਂ 5-5 ਹਜ਼ਾਰ ਰੁਪਇਆ ਹਰ ਕਿਸੇ ਪਾਰਸੀ ਨੇ ਪਾਉਣਾ, ਉਹਨੂੰ 2-3 ਕਰੋੜ ਰੁਪਇਆ ਇਕੱਠਾ ਕਰਕੇ ਦੇ ਦਿੰਦੇ ਵੀ ਲੈ ਭਾਈ ਤੂੰ ਸਟੈਂਡ ਹੋ, ਕਿਸੇ ਕੋਲ ਮੰਗੀ ਨਾ, ਤੈਨੂੰ ਜ਼ਰੂਰਤ ਨਾ ਪਵੇ। ਉਹਨਾਂ ਦੀ ਕਮਿਊਨਿਟੀ ਨੇ ਕੀਤੀ ਨਾ, ਹੋਰ ਕਿਸੇ ਨੇ ਨਹੀਂ ਕੀਤੀ। ਲੇਕਿਨ ਸਾਡਾ ਜਦੋਂ ਆਉਂਦਾ ਇਕੱਲਾ ਲੰਗਰਾਂ 'ਤੇ ਜ਼ੋਰ, ਠੀਕ ਹੈ ਲੰਗਰ ਲੋੜਵੰਦ ਵਾਸਤੇ ਲਾਓ, ਪਰ ਅੱਜ ਕੱਲ੍ਹ ਕੋਈ ਮੈਂ ਸਮਝਦਾ ਨਹੀਂ ਲੋੜਵੰਦ ਹੋਊਗਾ। ਦੂਸਰੀ ਗੱਲ, ਜਿਹੜਾ ਲੋੜਵੰਦ ਉਹਦੇ ਤੱਕ ਦੇ ਲੰਗਰ ਪਹੁੰਚਦਾ ਹੀ ਨਹੀਂ। ਹਾਲੇ ਵੀ ਅਸੀਂ ਵੇਖੇ ਚੰਗੇ ਭਲੇ ਜਿਹੜੇ ਮੈਂ ਕਹਿੰਦਾ ਲੰਗਰਾਂ 'ਚ ਬੈਠੇ ਹੁੰਦੇ, ਸਿਰਫ ਟੇਸਟ ਹੀ ਵੇਖਦੇ ਆ, ਉਸ ਤੋਂ ਵੱਧ ਕੁਛ ਨਹੀਂ ਹੈਗਾ। ਲੇਕਿਨ ਸਾਡੀ ਤਰਾਸ ਦੀ ਸਾਡੀ ਕਿਸੇ ਨੇ ਹੈਲਪ ਕਰਨੀ ਵੀ ਨਹੀਂ। ਹੁਣ ਇਸ ਤੋਂ ਬਾਅਦ ਵੀ ਸਾਨੂੰ ਵੀ ਨਹੀਂ ਲੱਗਦਾ ਕਿਸੇ ਨੇ ਕਰਨੀ, ਕਿਉਂਕਿ ਬੜਾ ਕੁਛ ਕਰ ਵੇਖ ਲਿਆ, ਬੜੇ ਵੇਖ ਲਏ ਆ, ਹਜ਼ੂਰੀ ਰਾਗੀਆਂ ਨੇ ਵੀ ਵੇਖ ਲਿਆ, ਲੇਕਿਨ ਉਹਨਾਂ ਦੀ ਵੀ ਬਦਲੀ ਹੋ ਜਾਂਦੀ, ਟਰਾਂਸਫਰ, ਉਹ ਹਾਰ ਕੇ ਬਹਿ ਜਾਂਦੇ ਵਿਚਾਰੇ ਵੀ ਅਸੀਂ ਵੀ ਕਿਹਦੀ ਮਦਦ ਕਰੀਏ। ਅਸੀਂ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਅਸੀਂ ਗ੍ਰਸਤ ਜੀਵਨ ਦੇ ਵਿੱਚ ਪੈਂਦੇ ਹਾਂ। ਸਾਨੂੰ ਦੁੱਖ ਤਕਲੀਫਾਂ ਵੀ ਹੁੰਦੀਆਂ, ਸਾਨੂੰ ਸਿਹਤ ਸੁਵਿਧਾਵਾਂ ਦੀ ਲੋੜ ਹੈ, ਸਾਨੂੰ ਪੈਸੇ ਧੇਲੇ ਦੀ ਲੋੜ ਹੈ, ਕਈ ਵਾਰੀ ਲੋਨ ਵੀ ਲੈਣਾ ਪੈ ਜਾਂਦਾ ਹੈ। ਸੋ ਜੇ ਸਿਹਤ ਸੇਵਾਵਾਂ ਦੀ ਗੱਲ ਕਰੀਏ ਜਾਂ ਫਿਰ ਲੋਨ ਦੀ ਗੱਲ ਕਰੀਏ ਤਾਂ ਕਿਹੋ ਜਿਹੇ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈ? ਪ੍ਰੋਬਲਮ ਵੇਖੋ ਜੀ, ਹਰ ਫੀਲਡ ਦੇ ਵਿੱਚ ਪ੍ਰੋਬਲਮਾਂ ਹੁੰਦੀਆਂ ਨੇ, ਲੇਕਿਨ ਸਾਡਾ ਕੀ ਹੈ ਕਿ ਅਸੀਂ ਅਕਾਊਂਟ ਖੁਲਾਉਣ ਵੀ ਜਾਣਾ ਹੋਵੇ ਨਾ, ਪੁੱਛਦੇ ਆ ਵੀ ਤੁਸੀਂ ਕੀ ਕੰਮ ਕਰਦੇ ਜੇ, ਤੁਹਾਡੀ ਜੌਬ ਕੀ ਆ, ਤੁਹਾਡਾ ਕੀ ਆ। ਜਦੋਂ ਅਗਲੇ ਨੂੰ ਦੱਸੀਦਾ ਨਾ, ਬੈਂਕ ਦੇ ਵਿੱਚ ਵੀ ਜਾ ਕੇ ਦੱਸੀਦਾ ਕਿ ਸਾਡੇ 4000 ਸੈਲਰੀ ਲੈ ਰਹੇ ਹਾਂ ਜੀ ਅਸੀਂ, ਤੇ ਉਹ ਕਹਿ ਰਿਹਾ ਜੀ 4000 ਸੈਲਰੀ ਤਾਂ ਫਿਰ ਤੁਸੀਂ ਜਮ੍ਹਾਂ ਕਿੱਥੇ ਕਰਾਓਗੇ? ਤੁਹਾਡੇ ਘਰ ਦੇ ਖਰਚੇ ਹੋਣਗੇ, ਤੁਸੀਂ ਉਹ ਕਰੋਗੇ ਕਿ ਜਮ੍ਹਾਂ ਕਰਾਓਗੇ ਪੈਸੇ? ਤੇ ਸਾਡੇ ਅਕਾਊਂਟ ਹੁਣ ਅੱਜ ਕੱਲ੍ਹ ਵੇਖਿਆ ਜਾਵੇ, ਜਿਹੜੀਆਂ ਪ੍ਰਾਈਵੇਟ ਲਿਮਟਿਡ ਬੈਂਕਾਂ ਹੈਗੀਆਂ ਨੇ, 10,000 ਤੋਂ ਥੱਲੇ ਅਕਾਊਂਟ ਨਹੀਂ ਖੋਲ੍ਹਦੀਆਂ, ਤੇ ਆਪਾਂ ਨੂੰ ਸਾਨੂੰ ਕਿਤੇ ਲੋਨ ਨਹੀਂ ਮਿਲਦਾ, ਅਸੀਂ ਕਿਤੇ ਲੋਨ ਨਹੀਂ ਲੈ ਸਕਦੇ, ਕੋਈ ਕ੍ਰੈਡਿਟ ਕਾਰਡ ਅਪਲਾਈ ਨਹੀਂ ਕਰ ਸਕਦੇ। ਜੇ ਮੰਨ ਲਓ ਕ੍ਰੈਡਿਟ ਕਾਰਡ ਲੈ ਵੀ ਲਿਆ ਤੇ ਉਹਦਾ ਬਿੱਲ ਕਿੱਥੋਂ ਤਾਰਾਂਗੇ? ਅਸੀਂ ਬਿੱਲ ਵੀ ਨਹੀਂ ਤਾਰ ਸਕਦੇ। ਸਾਡੇ ਜਿਹੜੇ ਖਰਚੇ ਹੈਗੇ ਆ, ਉਹ ਅਸੀਂ ਇਹ ਨਹੀਂ ਕਹਿ ਰਹੇ ਵੀ ਦੂਜਿਆਂ ਨਾਲ ਕੁਝ ਵੱਖਰੇ ਆ ਜਾਂ ਕਿੱਦਾਂ ਵਾ, ਪਰ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਉਹਦੇ ਵਿੱਚ। ਸਾਡਾ ਪੱਕਾ ਫਿਕਸ ਹੋਵੇ ਕਿ ਇਹ ਤੁਹਾਡੀ ਬੈਂਕ ਵਿੱਚ ਆਊਗਾ। ਮੰਨ ਲਓ ਅਸੀਂ ਕਿਤੇ ਅਬਰੋਡ ਦਾ ਵੀ ਅਪਲਾਈ ਕਰਦੇ ਹਾਂ, ਫਿਰ ਉਹ ਆਪਦਾ ਟੂਰਿਸਟ ਵੀ ਅਪਲਾਈ ਕਰਦੇ ਹਾਂ, ਕਿਸੇ ਕਿਸਮ ਦਾ ਵੀ ਅਪਲਾਈ ਕਰਦੇ ਹਾਂ, ਉਹਦੇ ਲਈ ਵੀ ਸਾਨੂੰ ਪੈਸੇ ਚਾਹੀਦੇ ਨੇ, ਸਾਰਾ ਕੁਝ ਚਾਹੀਦਾ। ਸਾਡੇ ਕੋਲ ਸਟੇਟਮੈਂਟ ਹੀ ਨਹੀਂ ਕੋਈ ਹੋਊਗੀ, ਬੈਂਕ ਦੀ ਕੋਈ ਸਟੇਟਮੈਂਟ ਨਹੀਂ ਹੋਊਗੀ, ਕੋਈ ਅਸੀਂ ਰਿਟਰਨ ਨਹੀਂ ਭਰਾਂਗੇ, ਕੋਈ ਨਹੀਂ ਭਰਾਂਗੇ, ਸਾਰਾ ਕੁਝ ਤਾਂ ਪੈਸੇ ਦੇ ਸਿਰ 'ਤੇ ਹੀ ਹੋਣਾ ਨੇ ਜੀ। ਤੇ ਜਦੋਂ ਕੋਈ ਸਾਡੇ ਕੋਲ ਹੋਊਗਾ ਇਹਨਾਂ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਉਹਦੇ ਵਿੱਚ। ਸਿਹਤ ਸੇਵਾਵਾਂ ਦੇ ਮੌਕੇ ਤੇ ਤੁਹਾਨੂੰ ਕਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੋਵੇ? ਹਰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜੀ। ਨਾ ਕੋਈ ਅਸੀਂ ਮੈਡੀਕਲ ਕਰਵਾ ਸਕਦੇ ਹਾਂ। ਹੁਣ ਮੈਡੀਕਲ ਵੀ ਜਿਹੜੇ ਹੈਗੇ ਨੇ, ਉਹ ਮਤਲਬ ਕੋਈ ਵੀ ਆਪਾਂ ਮੈਡੀਕਲ ਇੰਸ਼ੋਰੈਂਸ ਵਗੈਰਾ ਲੈਂਦੇ ਆ, ਉਹਦੇ ਵਿੱਚ 14,000 ਤੋਂ ਸਾਲ ਦਾ ਸ਼ੁਰੂ ਹੁੰਦਾ। 4,000 ਰੁਪਏ ਦੇ ਵਿੱਚ 14,000 ਸਾਲ ਦਾ ਕੌਣ ਭਰੂਗਾ ਜੀ? ਜਿਹੜਾ ਸਭ ਤੋਂ ਡਾਊਨ ਹੈਗਾ 14,000 ਰੁਪਇਆ ਇਸ ਟਾਈਮ ਚੱਲਦਾ ਹੈ ਮੈਡੀਕਲ ਇੰਸ਼ੋਰੈਂਸ ਦਾ। ਤੇ ਮੈਡੀਕਲ ਸਹੂਲਤ ਵੀ ਅਸੀਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਪਣਾ ਇਲਾਜ ਨਹੀਂ ਕਰਾ ਸਕਦੇ। ਸਰਕਾਰੀ ਹਸਪੀਟਲ ਵਿੱਚ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਕੀ ਹਾਲਾਤ ਹੈਗੇ ਨੇ ਇਸ ਵੇਲੇ। ਜੀ
ਸੋ ਕੌਣ ਫੜੇਗਾ ਇਹਨਾਂ ਦੀ ਬਾਹ, ਕੌਣ ਆਏਗਾ ਇਹਨਾਂ ਦੇ ਲਈ ਅੱਗੇ, ਕੌਣ ਇਹਨਾਂ ਗੁਰੂ ਦੇ ਵਜ਼ੀਰਾਂ ਦੀ ਪੁੱਛਗਿੱਛ ਕਰੇਗਾ? ਕੀ ਹੈ ਪੰਜਾਬ ਦੇ ਕੋਲ ਜਵਾਬ? ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਜਵਾਬ? ਕੀ ਹੈ ਸਿੱਖ ਸੰਗਤਾਂ ਦੇ ਕੋਲ ਜਵਾਬ? ਗੁਰੂ ਦੇ ਨਾਮ ਲੇਵਾ ਸੰਗਤਾਂ ਅੱਗੇ ਬਹੁਤ ਵੱਡਾ ਸਵਾਲ ਹੈ ਕਿ ਜਿਨ੍ਹਾਂ ਦਾ ਰਸ ਪੀਨਾ ਕੀਰਤਨ ਤੁਸੀਂ ਸੁਣਦੇ ਹੋ, ਆਖਰ ਉਹ ਆਪ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਸਿੱਖ ਜਥੇਬੰਦੀਆਂ ਹੋਣ, ਸਿੱਖ ਸੰਗਤ ਹੋਵੇ, ਪੰਜਾਬ ਹੋਵੇ, ਪੰਜਾਬੀ ਹੋਣ, ਸੰਗੀਤ ਪ੍ਰੇਮੀ ਹੋਵੇ, ਜੇ ਕੋਈ ਗਵਈਆ ਕਿਸੇ ਬਾਬੇ ਦੇ ਕੋਲ ਜਾ ਕੇ ਰੋ ਪੈਂਦਾ ਆ, ਆਪਣਾ ਡਿਪਰੈਸ਼ਨ ਦਾ ਦਰਦ ਰੋਂਦਾ ਹੈ, ਤੇ ਪੂਰਾ ਪੰਜਾਬ ਉਹਦੇ ਹੱਕ 'ਚ ਆ ਕੇ ਖੜਾ ਹੋ ਜਾਂਦਾ ਹੈ। ਕੀ ਇਹ ਬੇਅਦਬੀ ਨਹੀਂ ਕਿ ਅਸੀਂ ਗੁਰੂ ਦੇ ਵਜ਼ੀਰ ਦੇ ਨਾਲ ਆਹ ਵਤੀਰਾ ਕਰ ਰਹੇ ਹਾਂ? ਕੀ ਕੋਈ ਸੰਗੀਤ ਪ੍ਰੇਮੀ, ਕੀ ਕੋਈ ਪੰਜਾਬੀ ਇਹਨਾਂ ਰਾਗੀਆਂ ਦੀ ਬਾਂਹ ਫੜੇਗਾ ਜਿਹੜਾ 3-3 4-4 ਹਜ਼ਾਰ ਦੇ ਉੱਪਰ ਹੀ ਗੁਜ਼ਾਰਾ ਕਰਨ ਨੂੰ ਮਜਬੂਰ ਹੈ? ਸਵਾਲ ਤੁਹਾਡੇ ਸਾਰਿਆਂ ਦੇ ਲਈ ਹੈ। ਰੇਡੀਓ ਸਪਾਈਸ ਤੋਂ ਬਸ ਇੰਨਾ ਹੀ। ਦੇਖਦੇ ਰਹੋ ਰੇਡੀਓ ਸਪਾਈਸ। Subscribe now and press the bell icon. Never miss an update.